ਐਨੀਵੇ ਸੋ ਗੱਲਾਂ ਚੋਂ ਗੱਲ ਨਿਕਲਦੀ ਤੇ ਮੈਂ ਇਹਨਾਂ ਨੂੰ ਕਿਸੇ ਦਿਨ ਜ਼ਿਕਰ ਕੀਤਾ। ਮੈਂ ਕਿਹਾ ਭਾਈ ਮੇਰੇ ਵੀਰ, ਤੂੰ ਹਰਕਤਾਂ ਤੋਂ, ਤੂੰ ਕੱਦ ਕਾਠ ਤੋਂ, ਮੂੰਹ ਮੁਹਾਂਦਰੇ ਤੋਂ ਲੱਗਦਾ ਤਾਂ ਤੂੰ ਪੰਜਾਬੀ ਹੀ ਆ, ਕੀ ਕਰ। ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੇਰੀ ਦੁਖਤੀ ਰੱਖ ਤੇ ਹੱਥ ਰੱਖਿਆ, ਤੈਨੂੰ ਇਹ ਬਹੁਤ ਲੰਬੀ ਕਹਾਣੀ ਹੈ, ਤੈਨੂੰ ਸੁਣਾਉਂਗਾ। दादाजी को कैंसर हुआ और उनको ही आखिरी दिन चल रहे थे, तो 3-4 महीने बाकी डॉक्टर ने बताया थे। तभी हम वापस गए थे, तो उन्होंने हमें, पापा को और हम भाइयों सबको बुला के बोला कि एक रहस्य है जो हम आपको कभी बताए नहीं थे, जो हम आपको से बताना चाहेंगे। और फिर उन्होंने बताया था कि हमारी कहानी क्या थी, किस तरह से हम पाकिस्तान से आए। कई मतलब कैसे कह सकते, काफी कई सुनी बातें सुनी थी कि वो खुली तलवार लेके लड़ी थी। जब उनको वहां पे हमला हुआ था तब वो भी थी जो खुली तलवार लेके लड़ी थी। अब कितनी बात में उसमें सच है नहीं है वो तो मुझे पता नहीं है। सब कई सुनाई बात है, कोई डॉक्यूमेंटेशन नहीं है इसके। ਅੱਜ ਮੇਰੇ ਨਾਲ ਦੋ ਦੋਸਤ ਜੁੜੇ ਨੇ ਅਮਰੀਕਾ USA ਤੋਂ। ਇਸ ਗੱਲ ਬਾਤ ਦਾ ਸਬਬ ਇਸ ਤਰ੍ਹਾਂ ਬਣਿਆ ਕਿ ਕੁਝ ਦੇਰ ਪਹਿਲਾਂ ਮੈਨੂੰ ਜਸਵੀਰ ਸਿੰਘ ਜੀ ਦਾ ਫੋਨ ਆਇਆ ਸੀ, ਜਿਨ੍ਹਾਂ ਨੇ YouTube 'ਤੇ ਮੇਰੀ ਕੋਈ ਵੀਡੀਓ ਵੇਖੀ ਅਤੇ ਮੈਨੂੰ ਮੇਰੇ ਬਾਰੇ ਕਾਫੀ ਗੱਲਾਂ ਪੁੱਛੀਆਂ। ਮੈਂ ਉਦੋਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਸ਼ਖਸ ਜਿਹੜੇ ਨੇ ਇਹ ਬੜੇ ਖੋਜੀ ਬਿਰਤੀ ਦੇ ਨੇ ਔਰ ਇਹਨਾਂ ਦੀ ਸਮਝ ਜਿਹੜੀ ਬੜੀ ਵਿਗਿਆਨਕ ਆ ਔਰ ਇਹ ਕਲਚਰ ਨੂੰ ਇਹ ਬਹੁਤ ਵਧੀਆ ਢੰਗ ਨਾਲ ਸਮਝਦੇ ਨੇ। ਇਹ ਗੱਲਾਂ ਤੁਰਦੀਆਂ ਤੁਰਦੀਆਂ ਕੁਝ ਦਿਨ ਪਹਿਲਾਂ ਇਹਨਾਂ ਦੀ ਗੱਲਬਾਤ ਦੇ ਵਿੱਚ ਇੱਕ ਨਾਮ ਆਇਆ ਰਾਜੀਵ ਠੱਕਰ ਜੀ ਦਾ। ਰਾਜੀਵ ਠੱਕਰ ਜੀ ਦੀ ਕਹਾਣੀ ਇਹਨਾਂ ਨੇ ਮੈਨੂੰ ਸੁਣਾਈ ਅਤੇ ਮੈਂ ਵਾਕਈ ਸੁੰਨ ਹੋ ਗਿਆ ਕਿ ਕੋਈ ਸ਼ਖਸ ਕਿੱਥੋਂ ਤੁਰਿਆ, ਕਿਹਨਾਂ ਕਿਹਨਾਂ ਰਾਹਾਂ, ਕਿਹਨਾਂ ਪੈਂਡਿਆਂ ਤੋਂ ਹੁੰਦਾ ਹੋਇਆ ਕਿੱਥੇ ਪਹੁੰਚਿਆ। ਉਸ ਤੋਂ ਬਾਅਦ USA ਪਰਿਵਾਰ ਹੋ ਗਿਆ ਅਤੇ ਉੱਥੇ ਜਾ ਕੇ ਉਸ ਧਰਤੀ 'ਤੇ ਜਾ ਕੇ ਵੀ ਕੋਈ ਇੱਕ ਨੌਜਵਾਨ ਤਾਂਘ ਰਿਹਾ ਆਪਣੀਆਂ ਜੜ੍ਹਾਂ ਲਈ, ਕੋਈ ਤੜਫ ਰਿਹਾ ਆਪਣੇ ਰਿਸ਼ਤਿਆਂ ਲਈ। ਇਹ ਗੱਲ ਮੈਂ ਨਾਲ ਹੀ ਮਹਿਸੂਸ ਕੀਤੀ ਕਿ ਜਿਹੜੇ 47 ਦੇ ਪਰਛਾਵੇਂ ਆ ਇਹ ਬਹੁਤ ਲੰਮੇ ਆ। 47 ਕੋਈ ਇਸ ਤਰ੍ਹਾਂ ਦਾ ਐਪੀਸੋਡ ਜਾਂ ਘਟਨਾ ਨਹੀਂ ਜਿਹੜਾ ਇੱਕ ਦਿਨ ਹੋਇਆ, ਇੱਕ ਐਲਾਨ ਨਾਲ ਖਤਮ ਹੋ ਗਿਆ, ਜਾਂ 15-20 ਦਿਨ 2-4 ਮਹੀਨੇ ਚੱਲਿਆ, ਹਿਜਰਤ ਦੇ ਨਾਲ ਖਤਮ ਹੋ ਗਿਆ। ਨਹੀਂ, 47 ਪੰਜਾਬੀਆਂ ਦੇ ਨਾਲ ਤੁਰੇਗਾ। ਰਿਸ਼ਤਿਆਂ ਦੀ ਵੰਡ, ਘਰਾਂ ਤੋਂ ਵਿਛੋੜਾ, ਬਿਜ਼ਨਸਾਂ ਦੀ ਤਬਾਹੀ, ਮਤਲਬ ਆਪਣੇ ਖੂਹ ਖੇਤ ਦੁਕਾਨਾਂ, ਇਹ ਅੰਦਰ ਹੀ ਕਿਤੇ ਇਹਨਾਂ ਦੀਆਂ ਯਾਦਾਂ ਲੈ ਕੇ ਸਾਡੀ ਪਹਿਲੀ ਪੀੜ੍ਹੀ ਤੁਰ ਗਈ ਅਤੇ ਇਹ ਦਰਦ ਆਉਣ ਵਾਲੀ ਪੀੜ੍ਹੀ ਨੂੰ ਦੇ ਗਈ। ਆਉਣ ਵਾਲੀ ਜਨਰੇਸ਼ਨ ਤੱਕ ਇਹ ਦਰਦ ਜਿਹੜਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ਔਰ ਚੱਲਦਾ ਰਹੇਗਾ। ਅਸੀਂ ਇਹ ਨਹੀਂ ਚਾਹੁੰਦੇ ਚੱਲਦਾ ਰਹੇ, ਅਸੀਂ ਤਾਂ ਚਾਹੁੰਦੇ ਹਾਂ ਇਸ ਫੇਸ 'ਚੋਂ ਅਸੀਂ ਬਾਹਰ ਨਿਕਲੀਏ, ਅਸੀਂ ਇਸ ਦਰਦ ਤੋਂ ਮੁਕਤ ਹੋਈਏ। ਲੇਕਿਨ ਕੁਝ ਗੱਲਾਂ ਜੋ ਇਤਿਹਾਸ ਦੇ ਵੱਡੇ ਦਰਦਨਾਕ ਵਾਕਿਆਤ ਹੁੰਦੇ ਨੇ ਉਹ ਸਾਡੇ ਵੱਸ ਤੋਂ ਬਾਹਰ ਹੁੰਦੇ ਨੇ। ਕਿਤੇ ਸਾਡੇ ਲਹੂ 'ਚ ਰਚ ਮਿਚ ਕੇ ਸਾਡੀ ਜ਼ੁਬਾਨ 'ਤੇ, ਸਾਡੀਆਂ ਰਚਨਾਵਾਂ 'ਚ, ਸਾਡੀਆਂ ਸੋਚਾਂ 'ਚ, ਸਾਡੀਆਂ ਯਾਦਾਂ ਖਿਆਲਾਂ 'ਚ ਸਾਡੇ ਨਾਲ ਤੁਰਦੇ ਰਹਿੰਦੇ ਨੇ। ਸੋ ਰਾਜੀਵ ਠੱਕਰ ਜੀ ਦੀ ਜਿਹੜੀ ਕਹਾਣੀ ਹੈ, ਇਹਨੂੰ ਕਹਾਣੀ ਕਹਿਣਾ ਵੀ ਇੱਕ ਬਹੁਤ ਛੋਟਾ ਜਿਹਾ ਲਫ਼ਜ਼ ਆ। ਜੋ ਵੀ ਇਹਨਾਂ ਦਾ ਦਰਦ ਆ ਜਾਂ ਇਹਨਾਂ ਦੀ ਇੱਕ ਪਿਛੋਕੜ ਲਈ ਤਾਂਘ ਆ, ਉਹਦੀ ਗੱਲ ਕਰਨ ਲਈ ਅਸੀਂ ਜੁੜੇ ਹਾਂ। ਅਤੇ ਮੈਂ ਜਸਵੀਰ ਜੀ ਤੁਹਾਡਾ ਵੀ ਧੰਨਵਾਦੀ ਹਾਂ ਅਤੇ ਰਾਜੀਵ ਜੀ ਤੁਹਾਡਾ ਵੀ ਧੰਨਵਾਦੀ ਹਾਂ ਕਿ ਤੁਸੀਂ ਵਕਤ ਦਿੱਤਾ। ਅਸੀਂ 3 ਸ਼ਖਸ ਇਸ ਪਲੇਟਫਾਰਮ 'ਤੇ ਇਕੱਠੇ ਹੋਏ ਅੱਜ ਇਸ ਗੱਲਬਾਤ ਨੂੰ ਇਸ ਲਹਿਜੇ ਨਾਲ, ਇਸ ਸੋਚ ਨਾਲ ਅੱਗੇ ਤੋਰਨ ਲਈ ਕਿ ਕੋਈ ਗਵਾਚਿਆ ਸਾਨੂੰ ਜ਼ਰੂਰ ਮਿਲੇਗਾ। ਅਤੀਤ ਦੇ ਵਿੱਚ, ਪਾਸਟ ਦੇ ਵਿੱਚ ਕੁਝ ਵਰਕ ਕੇ ਜੋ ਸਾਡੇ ਇਤਿਹਾਸ ਦੀ ਕਿਤਾਬ ਦੇ ਅਸੀਂ ਫਿਰ ਫਰੋਲ ਸਕਾਂਗੇ। ਸੋ ਤੁਹਾਡਾ ਸ਼ੁਕਰੀਆ ਜੀ। ਗੱਲਬਾਤ ਦੀ ਸ਼ੁਰੂਆਤ ਮੈਂ ਜਸਵੀਰ ਜੀ ਨੂੰ ਕਹਿਣਾ ਕਿ ਜਸਵੀਰ ਜੀ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਕੇ ਅਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਰਾਜੀਵ ਜੀ ਨਾਲ ਮੁਲਾਕਾਤ ਹੋਈ, ਇਹ ਸਾਰਾ ਕੁਝ ਕਿਵੇਂ ਵਾਪਰਿਆ, ਪਲੀਜ਼ ਉਹ ਸਾਡੇ ਨਾਲ ਸਾਂਝਾ ਕਰੋ। ਜੀ ਜ਼ਰੂਰ। ਸੋ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਲਾਮ। ਅਤੇ ਜਿੱਦਾਂ ਤੁਸੀਂ ਐਕਸਪ੍ਰੈਸ ਕੀਤਾ, ਜਿੰਨੀ ਤੁਸੀਂ ਸ਼ੁਰੂ 'ਚ
ਜ਼ਾਹਿਰ ਕੀਤਾ ਬਈ ਇਸ ਇਨਸਾਨ ਨੂੰ ਵੀ ਪੰਜਾਬ ਦੇ ਵੰਡ ਦੇ ਨਾਲ ਦਰਦ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੈਨੂੰ ਸਾਡੀ ਇਸ ਚੀਜ਼ ਦੀ ਸਾਂਝ ਹੈ, ਬਲਕਿ ਨਾ ਕਿ ਸਿਰਫ ਸਾਡੀ ਅਸੀਂ ਤਿੰਨੇ ਇੱਥੇ ਹਾਂ, ਪੂਰੇ ਪੰਜਾਬੀ ਜਗਤ ਨਾਲ ਇਹ ਸਾਂਝ ਹੈ ਬਈ ਅਸੀਂ ਇਹ ਦੁੱਖ ਹੰਢਾਇਆ ਤੇ ਅਸੀਂ ਇਹ ਦੁੱਖ ਦੇ ਜੋ ਇਸ ਦਾ ਰਿਜ਼ਲਟ ਹੈ ਉਹ ਅਸੀਂ ਅੱਜ ਤੱਕ ਇਹਨੂੰ ਸਹੇੜ ਰਹੇ ਹਾਂ। ਠੀਕ ਹੈ ਜੀ। ਸੋ ਮੈਨੂੰ ਵੀ ਬਸ ਇਸ ਟੌਪਿਕ ਤੇ ਕਾਫੀ ਇੰਟਰਸਟ ਹੈ। ਮੇਰੀ ਫੈਮਿਲੀ ਵੀ ਮਾਈਗ੍ਰੇਟਿਡ ਹੈ। ਸੋ ਐਨੀਵੇ ਗੱਲ ਅੱਜ ਦੀ ਮੇਰੇ ਬ੍ਰਦਰ ਰਾਜੀਵ ਠੱਕਰ ਜੀ ਦੀ ਹੈ। ਸੋ ਮੈਂ ਇਹਨਾਂ ਤੇ ਆਊਂਗਾ। ਸੋ ਮੈਨੂੰ ਅਮਰੀਕਾ ਆਏ 20 ਸਾਲ ਹੋ ਗਏ। 2002 ਦੇ ਵਿੱਚ ਅਮਰੀਕਾ ਆਇਆ ਸਾਂ। ਸੋ 5-6 ਸਾਲ ਪਹਿਲਾਂ ਸੋ ਮੇਰੀ ਲਾਈਨ ਹੈਗੀ ਹੈ ਜੀ ਕੰਪਿਊਟਰ ਆਰਕੀਟੈਕਚਰ, ਸੌਫਟਵੇਅਰ ਆਰਕੀਟੈਕਚਰ ਦੀ। ਸੋ ਅਸੀਂ ਇੱਕ ਅਮਰੀਕਾ ਦੇ ਵਿੱਚ ਇੱਕ ਕੰਪਨੀ ਕਾਲਡ ਸੇਲਸਫੋਰਸ, ਉਹਦੇ 'ਚ ਕੰਮ ਕਰਦੇ। ਸੋ ਰਾਜੀਵ ਨੂੰ ਮੈਂ ਕੰਮ ਦੇ ਜ਼ਰੀਏ ਮਿਲਿਆ। ਇਹਨਾਂ ਦੀ ਮੈਂ ਇੰਟਰਵਿਊ ਲਿੱਤੀ ਸੀ ਇੱਕ ਵਾਰ ਹਾਇਰ ਕਰਨ ਵਾਸਤੇ, ਤੇ ਸਾਡੀ ਬਹੁਤ ਹੀ ਦਿਲਚਸਪ ਗੱਲ ਹੋਈ। ਕੰਮ ਦੀ ਗੱਲ ਤੇ ਜੋ ਹੋਈ ਤੇ ਆਬਵੀਅਸਲੀ ਇਹਨਾਂ ਨੂੰ ਹਾਇਰ ਕੀਤਾ। ਤੇ ਉਸ ਤੋਂ ਬਾਅਦ ਸਾਡੀ ਇੱਕ ਨਾ ਬਹੁਤ ਦਿਲਚਸਪ ਤੇ ਗੂੜੀ ਯਾਰੀ ਪੈ ਗਈ। ਇਹਦਾ ਕਾਰਨ ਇਹ ਸੀਗਾ ਵੀ ਕੁਛ ਸਾਡੇ ਹੌਬੀ ਸਾਂਝੀਆਂ ਸਨ ਤੇ ਕੁਛ ਜਿੱਦਾਂ ਕਹਿੰਦੇ ਨੇ ਤੁਸੀਂ ਯੂ ਜਸਟ ਕਲਿੱਕ ਵਿਦ ਸਮਵਨ, ਤੇ ਮੈਨੂੰ ਥੋੜਾ ਜਿਹਾ ਇਹਨਾਂ ਨਾਲ ਅਸੀਂ ਕਲਿੱਕ ਹੋ ਗਏ, ਰਾਈਟ। ਸੋ ਐਨੀਵੇ ਸੋ ਗੱਲਾਂ ਚੋਂ ਗੱਲ ਨਿਕਲਦੀ ਤੇ ਮੈਂ ਇਹਨਾਂ ਨੂੰ ਕਿਸੇ ਦਿਨ ਜ਼ਿਕਰ ਕੀਤਾ। ਮੈਂ ਕਿਹਾ ਭਾਈ ਮੇਰੇ ਵੀਰ, ਤੂੰ ਹਰਕਤਾਂ ਤੋਂ, ਤੂੰ ਕੱਦ ਕਾਠ ਤੋਂ, ਮੂੰਹ ਮੁਹਾਂਦਰੇ ਤੋਂ ਲੱਗਦਾ ਤੂੰ ਪੰਜਾਬੀ ਹੋਈ ਆ, ਕੀ ਕਰ। ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਮੇਰੀ ਦੁਖਤੀ ਰੱਖ ਤੇ ਹੱਥ ਰੱਖਿਆ, ਤੈਨੂੰ ਇਹ ਬਹੁਤ ਲੰਬੀ ਕਹਾਣੀ ਆ, ਤੈਨੂੰ ਸੁਣਾਉਂਗਾ। ਤੇ ਉਦਣ ਫਿਰ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਕਿਹਾ ਵੀ ਇੱਥੇ ਗੱਲ ਨਹੀਂ ਛੱਡਣੀ, ਨਾਓ ਯੂ ਹੈਵ ਟੂ ਟੈਲ ਮੀ ਦਾ ਹੋਲ ਸਟੋਰੀ। ਸੋ ਜਦੋਂ ਇਹਨਾਂ ਨੇ ਆਪਣੀ ਫੈਮਿਲੀ ਦੀ ਹਿਸਟਰੀ ਸੁਣਾਈ, ਮੈਂ ਹੈਰਾਨ ਹੋ ਗਿਆ ਵੀ ਬੰਦਾ ਇਹ ਤੁਰਿਆ ਫਿਰਦਾ, ਇੰਨੇ ਹੌਸਲੇ ਵਾਲਾ ਬੰਦਾ ਕਿਸ ਬੈਕਗਰਾਉਂਡ 'ਚ ਲੰਘਿਆ ਤੇ ਕਿੱਥੇ ਤੁਰਿਆ ਫਿਰਦਾ। ਸੋ ਮੈਨੂੰ ਇਹਦੇ ਨਾਲ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਮੇਰੀ ਸਾਂਝ ਪੈ ਗਈ। ਸੋ ਮੈਂ ਇਹਦੇ ਨਾਲ ਫਿਰ ਮੈਂ ਇਹਦੇ ਬਾਰੇ ਗੱਲ ਕਰਦਾ ਰਹਿੰਦਾ ਸਾਂ। ਮੈਂ ਕਿਹਾ ਚੱਲ ਕਿਸੇ ਤਰੀਕੇ ਅਸੀਂ ਆਪਣੇ ਨੈਟਵਰਕ ਦੇ ਥਰੂ ਤੁਹਾਡੀ ਹੈਲਪ ਕਰ ਸਕੀਏ, ਤੇ ਜੇ ਤੁਹਾਡੇ ਕੁਝ ਗਵਾਚੇ ਰਿਸ਼ਤੇ ਆ ਉਹਨਾਂ ਦੀ ਭਾਲ ਦੇ ਵਿੱਚ ਜੇ ਅਸੀਂ ਕੁਝ ਹੱਥ ਵਟਾਈਏ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਦਿਲ ਨੂੰ, ਰਾਈਟ। ਸੋ ਐਨੀਵੇ ਇਹਨਾਂ ਨੇ ਆਪ ਵੀ ਕੁਝ ਖੋਜ ਕੀਤੀ ਹੈ। ਅੱਜ ਇਹਨਾਂ ਨਾਲ ਅਸੀਂ ਇਹਦੇ ਬਾਰੇ ਗੱਲ ਕਰਾਂਗੇ, ਤਾਂ ਹੋ ਸਕਦਾ ਇਹ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕੁਝ ਅਸੀਂ ਹੋਰ ਲੜੀ ਜੋੜ ਸਕੀਏ। ਸੋ ਇੰਨਾ ਕੀ ਮੇਰੇ ਵੱਲੋਂ। ਜੀ ਹਾਂਜੀ। ਹੁਣ ਅਸੀਂ ਗੱਲ ਕਰਦੇ ਹਾਂ ਜੀ ਰਾਜੀਵ ਠੱਕਰ ਜੀ ਨਾਲ। ਰਾਜੀਵ ਜੀ, ਬਚਪਨ ਦੇ ਵਿੱਚ ਜਦੋਂ ਤੁਸੀਂ ਛੋਟੇ ਹੁੰਦੇ ਸੀ, ਉਦੋਂ ਤਾਂ ਬਿਨਾਂ ਸ਼ੱਕ ਤੁਹਾਨੂੰ ਇਸ ਸਾਰੇ ਕੁਛ ਦਾ ਬਿਲਕੁਲ ਨੌਲੇਜ ਨਹੀਂ ਹੋਣਾ ਵੀ ਇੱਕ ਪੰਜਾਬ ਸੀ ਉਹ ਵੰਡਿਆ ਗਿਆ, ਹਿਜਰਤ ਕੀਤੀ ਲੋਕਾਂ ਨੇ। ਤੁਹਾਨੂੰ ਇਹਦੀ ਕਦੋਂ ਕੁ ਸਮਝ ਪਈ ਤੇ ਤੁਹਾਨੂੰ ਕਦੋਂ ਕੁ ਇਸ ਚੀਜ਼ ਦੀ ਸਮਝ ਪਈ ਕਿ ਕੁਝ ਰਿਸ਼ਤੇ ਨੇ ਕੁਝ ਬੰਦਿਆਂ ਨੂੰ ਅਪਣਾ ਲਿਆ, ਕੁਝ ਰਿਸ਼ਤੇ ਲਹੂ ਦੇ ਗਵਾਚ ਗਏ। ਇਹ ਸਾਰਾ ਕੁਛ ਕਦੋਂ ਤੁਹਾਨੂੰ ਪਤਾ ਲੱਗਿਆ? ਤੁਸੀਂ ਬਿਲਕੁਲ ਆਪਣੇ ਬਚਪਨ ਤੋਂ ਇਹ ਗੱਲ ਸ਼ੁਰੂ ਕਰ ਦਿਓ ਜੀ राजीव जी। तो आपकी जितनी मेरी पंजाबी साफ नहीं है तो माफी चाहूंगा, मैं हिंदुस्तानी में बात करूंगा। तो हमें कभी सोचा भी नहीं था कि हमारी फैमिली हिस्ट्री में इतने सारे चढ़ाव उतराव हो गए और इस तरह से लोगों ने पार्टीशन का हॉरर पूरा सहा है। और इस तरह से मेरे ग्रैंड पेरेंट्स ने पूरी पार्टीशन की बर्न, फायर ऑफ द पार्टीशन दे टुक देम ऑन। बिकॉज क्योंकि मुझे तो पता ही नहीं था कि मेरे दादा दादी कौन। मेरे दादा दादी तो वही थे जिसके साथ में पला बड़ा हुआ था। ये सब बात हुई 2005 में, जब मेरे दादाजी को कैंसर हुआ और उनको आखिरी दिन चल रहे थे, तो 3-4 महीने बाकी डॉक्टर ने बताया थे। तभी हम वापस गए थे, तो उन्होंने हमें, पापा को और हम भाइयों सबको बुला के बोला कि एक रहस्य है जो हम आपको कभी बताए नहीं थे, जो हम आपको से बताना चाहेंगे। और फिर उन्होंने बताया था कि हमारी कहानी क्या थी, किस तरह से हम पाकिस्तान से आए। तो मेरे दादाजी जो गुजराती थे, वो भी लाहौर के रहने वाले थे। वो
लाहौर के कोई मार्केट, मुझे बराबर नाम याद बराबर नहीं है, कोई तो मार्केट, देरा सौदा मार्केट, समथिंग लाइक दैट, जी। वहां रहते थे। और उनका ड्राई फ्रूट का कारोबार था। और मेरे बायोलॉजिकल दादाजी, वो विरगर करके लाहौर के आसपास कोई जगह है, वो वहां के रहने वाले थे और वो किसान थे और उनकी काफी अच्छी दोस्ती थी। और जब पार्टीशन हुआ तो मुझे ऐसा सुनाया गया है और ये सब हमने सुना है कि मेरे दादाजी को बड़ा भरोसा था। मेरे दादाजी का नाम हरकिरत सिंह जी रियाल था। तो उन्होंने मेरे दादा को कहा था कि ये हो ही नहीं सकता कि लाहौर कभी पाकिस्तान में जाए, क्योंकि 50% से ज्यादा लोग वहां पे हिंदू और सिख है और इतने करीब है वो डेरा सौदा के पास, तो ये होने का सवाल ही नहीं है। तो उन्होंने पूरी तरह से, उनकी कोई सोचा भी नहीं था कि ये इस तरह से होगा। इन दिस, और वो पीछे रह गए थे। और मेरे जो दादाजी थे जिनके आए थे, वो वापस आके यहाँ पे मुंबई में आके सेटल हो गए थे। तो तभी वापस आने के बाद तब पता चला कि लाहौर तो पाकिस्तान में गया और काफी लोग थे वहां पे वर्कपुर में जो फंसे पड़े थे। और हमने सुना है कि 15 अगस्त से लेकर 31 अगस्त 1947 तक वहां पे जो कत्लेआम हुआ है और जिस तरह से हुआ है, करीबन 10,000 लोगों की जान गई थी। और वो 10,000 लोग में मेरे दादाजी और मेरी दादी जी थी। उन्होंने 2 दिन या 1 दिन पहले, जब ये पूरा मामला हुआ था, उन्होंने मेरे पापा को अपने पड़ोसी के हवाले किया जो वापस हिंदुस्तान जा रहे थे। और उन्होंने कहा कि हम आएंगे और हम ले लेंगे, तो आप जब जा रहे हो तो अगर हम ना पूछे तो मेरे दोस्त को दे देना। तो इस तरह से पूरी कहानी हुई थी। एंड दैट्स द होल स्टोरी व्हिच आई नो, एज यू नो, हर्ड इट फ्रॉम अ नंबर ऑफ डिफरेंट पीपल। सो ये सारी कहानी हमें हमारे दादाजी ने बताई थी। उन्होंने कहा कि मैंने ये बताना नहीं चाहता था क्योंकि मुझे डर लगता था कि तो ये सारी बातें हमें हमारे दादाजी से पता चली। उनमें वो डर था कि शायद जिस बेटे को मैंने अपनाया है वो अपना खून ना समझ के मुझे मेरा तिरस्कार कर दे या मेरा त्याग कर दे। तो पापा भी काफी सुलझे और इंसान थे। तो उन्होंने उनके सामने ऐसा वचन दिया था कि जब तक मैं मरूंगा या मेरे संतान है, जो भी, मैं और मेरे भाई, वो हमेशा यही फैमिली नेम कैरी करेंगे। एंड जो हुआ है वो हो चुका है। हम उनके लिए हम वहां देखने की भी ट्राई नहीं करेंगे। और वो हमें भी वो इंस्ट्रक्शन दिए गए थे कि आप कभी सोचोगे भी नहीं, तुमने सुना है, सुनी बात आप भुला देना। तो इस तरह से हुआ था। और फिर 2014 में मेरे पिता का निधन हो गया, मेरे पिताजी का। तो उनके बाद मुझे एक अंदर से क्या कहते हैं वो आवाज तक गई कि चलो माना कि ये मेरा परिवार है और मैं उनके थ्रू ही रहूंगा और ये यही कुल का पर जिन जो मेरे दादा दादी थे उन्होंने हमारा त्याग नहीं किया था। वो भी बुरी तरफ, अगर उनके हाथ में होता तो एक दिन कभी नहीं आता और हम उनके साथ ही रहते थे। तो उनकी क्या कहानी थी, वो कहाँ से आए थे, क्या किया उन्होंने, कैसे जिंदगी जीते थे, कैसे इंसान थे, वो सब जानने की काफी ख्वाहिश हुई। और हमने इधर उधर देखना चालू किया और बाद में देखते थे, कभी छोड़ देते थे। और फिर जब जसबीर से मुलाकात हुई तो फिर अपने उस पर ज्यादा गौर फरमाया और बाद में सारी चीजें देखना चालू की। तो कई दोस्तों के थ्रू हमें कोई दिल्ली में कोई सोर्स मिले थे। तो वहां पे एक जनाब थे जिसके पास पार्टीशन के टाइम जो भी रेफ्यूजीज आए थे पाकिस्तान से, उनका पूरा रजिस्टर की कॉपी थी। तो उन्होंने कौन सी जगह पे मेरे दादाजी थे, वो नाम, उस जगह का नाम पूछ के जो लोग आए थे दिल्ली, मुंबई या कलकत्ता, जहां पे भी आए थे, उनके नामों में से उन्होंने उनके सरनेम के हिसाब से हमें कुछ नाम दिए। बोला कि ये उनके भाई। उन्होंने जब भी रजिस्टर करवा तब बताया था कि ये हमारे भाई है। और वो उनका इंतकाल हो गया वहां पे।
तो उन्होंने वो नाम हमारे साथ शेयर किए, हमने उनसे कांटेक्ट करने की ट्राई की कनाडा में, बट उन्हें कुछ ज्यादा इंटरेस्ट नहीं लगा। और वो काफी वाजिब बात है, ये दो तीन पीढ़ियों पहले की बात है, तो जायज है कि किसी को अभी कोई इंटरेस्ट ना भी हो उस तरह के लॉन्ग रिलेशनशिप मैनेज करने का। सो दैट्स माय स्टोरी सो फार। जी। राजीव जी, जिस ਮਾਨਸਿਕਤਾ 'ਚ ਤੁਸੀਂ ਗੁਜ਼ਰ ਰਹੇ ਆ, ਜਿਸ ਸੋਚ ਦੇ ਨਾਲ ਤੁਸੀਂ ਜੀ ਰਹੇ ਆ, ਉਹਦੇ ਵਿੱਚ ਤੁਹਾਨੂੰ ਕੁਝ ਰਿਸ਼ਤੇ ਤੇ ਜ਼ਰੂਰ ਲੱਭੇ, ਤੇ ਕੁਝ ਰਿਸ਼ਤਿਆਂ ਦੀ ਤੁਹਾਨੂੰ ਭਾਲਿਆ ਕਿ ਉਹ ਲੱਭਣਗੇ। ਤੁਸੀਂ ਹੁਣ ਕੀ ਸੋਚਦੇ ਆ ਕਿ ਪੌਣੀ ਸਦੀ ਦੇ ਬਾਅਦ ਤੁਹਾਡੇ ਕਿਹੜੇ ਰਿਸ਼ਤੇ, ਤੁਹਾਡੇ ਪਿਤਾ ਜੀ ਦੇ ਨਾਨਕੇ ਜਾਂ ਹੋਰ ਕੁਝ ਰਿਸ਼ਤੇਦਾਰ ਜਿਨ੍ਹਾਂ ਦੀ ਤੁਹਾਨੂੰ ਆਸ ਆ ਜਾਂ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਆ, ਉਹ ਦੱਸੋ ਜੀ। तो आपसे एक बात बताना चाहूंगा, इस साल मैं 50 साल का होगा, तो आधी से ज्यादा जिंदगी चाह चुकी है, और काफी कुछ देखा है जिंदगी में, और देख के पता चलता है कि सगे भाइयों में कोई प्यार मोहब्बत हमेशा नहीं रहती है, रिश्तों में चढ़ाव उतराव हमेशा आती रहती है। और ये सब ऐसे लोग हैं जिनके साथ मैंने पूरी जिंदगी निकाली है। अगर उनका इंटरेस्ट कम हो रहा है और रिलेशनशिप रिसाइड हो रहा है, क्योंकि दे हैव देयर ओन फैमिली, उनका खुद का परिवार है और अभी और अपने परिवार के साथ रहते हैं, तो जायज बात है कि वो पुराने रिश्ते उतनी इंटेंसिटी से मेंटेन नहीं कर पाएंगे। सो बेस्ड ऑन दैट मैं सोचता हूँ कि अगर इस तरह से मेरे जो दादाजी थे उनके कोई रिश्तेदार होंगे भी सही, तो उनके लिए मैं काफी दूर हो जाऊंगा, उनके बेटे का बेटा। तो जायज बात है कि उन्हें इतना इंटरेस्ट ना हो इतने रिलेशनशिप बनाने। हर की अपनी जिंदगी है, हर कोई अपनी जिंदगी जी रहा है, और हर की अपनी लड़ाई है। तो जायज बात है कि कई लोग चाहेंगे कि और जिंदगी में कॉम्प्लिकेशन ना लाए, उन्हें बात नहीं करनी है। सो आई एम नॉट मैड एट देम, but at least I'm happy that I know some people who are associated with them. Yeah. So Rajiv, ਜਿਹੜਾ ਤੁਸੀਂ trace ਕਰ ਸਕੇ ਸੋ, they were your father side relatives, ਤੁਹਾਡੇ ਦਾਦੇ ਜਿਹੜੇ ਬਾਇਓਲੋਜੀਕਲ ਦਾਦਾ ਜੀ ਨੇ, ਹਾਂ, ਉਹਨਾਂ ਦੇ ਸਾਈਡ ਤੋਂ ਸੀ, ਰਾਈਟ? ਸੋ ਇਹ ਐਸਟੈਬਲਿਸ਼ ਹੋ ਸਕਿਆ ਸੀ ਇਹ ਕਿ ਕੀ ਰਿਲੇਸ਼ਨ है ਉਹਨਾਂ ਦਾ, ਕੀ ਵੈਲੀਡੇਟ ਕੀਤਾ ਤੁਸੀਂ? वैलिडेशन के लिए पास तो हमारे साथ पास वो सिर्फ वो किशन सिंह जी थे, जिनके पास हमें पेपर मिला था, तो उन्होंने सिर्फ हमें नाम बताया था। और उन लोग ने दादाजी का नाम, दादाजी मतलब बड़े दादा, मतलब ग्रेट ग्रैंडफादर, उनका नाम बताया था। तो जो भी आए थे, और उनका वो बाय द नेम, इफ यू गो बाय द नेम, माय दादाजी और वो दोनों भाई होते हैं। सो हरकीरत सिंह रिहाल दे वालिद साहब, फादर साहब ਦਾ ਨਾਮ ਤੁਹਾਨੂੰ ਪਤਾ ਹੈ? जोगिंदर सिंह रिहाल। ओके, ठीक है। सो ਇਹ ਜਿਹੜੇ ਫਿਰ ਤੁਹਾਡੇ ਬਾਇਓਲੋਜੀਕਲ ਦਾਦਾ ਜੀ ਨੇ, ਜਿਹੜੇ ਤੁਹਾਡੇ ਦਾਦਾ ਜੀ, ਉਹਨਾਂ ਦੇ ਬ੍ਰਦਰ ਕੈਨੇਡਾ ਰਹਿ ਰਹੇ ਨੇ। उनके ब्रदर के बच्चे, क्योंकि वो तो चल बसे, अभी तो अब तो हो गए नहीं। जी ओके। तो एनीथिंग ऑन ਤੁਹਾਡੇ ਦਾਦੀ साइड? सो मेरी दादी का नाम सुप्रीत कौर था। की नाम से? सुप्रीत कौर। ओके। उनकी सरनेम मुझे पता नहीं है क्या थी उनकी, और मायके से कहाँ से थे वो कुछ पता नहीं, बट मैंने कुछ भी पता नहीं है उनके बारे में। सिर्फ ओनली दैट शी वाज मैरिड इन विरकगढ़। विरकगढ़ में वो वहां पे रहते थे वो जी। और कई, मतलब कैसे कह सकते, काफी कई सुनी बातें सुनी थी कि वो खुली तलवार लेके लड़ी थी जब उनको वहां पे हमला हुआ था, तब वो भी थी जो खुली तलवार लेके लड़ी थी। अब कितनी बात में उसमें सच है नहीं, वो तो मुझे पता नहीं है। सब कई सुनाई बात है, कोई डॉक्यूमेंटेशन नहीं है इसके। जी राजीव जी, विरकगढ़ शेखूपुरे ਦੇ ਵਿੱਚ ਜਿਹੜਾ ਇਲਾਕਾ ਆ, ਜਿਹੜਾ ਵਿਰਕਾਂ ਦਾ ਇਲਾਕਾ ਆ, ਉੱਥੇ ਨਾਲ ਸੰਬੰਧ ਸੀਗਾ? हमें बताया गया था विरकगढ़ करके जगह है, वहां पे तुम्हारे दादाजी रहते थे।
ਜੀ, ਕੋਈ ਕਾਰੋਬਾਰ ਦਾ ਪਤਾ सो ਲੱਗਿਆ ਜੀ? ਕੰਮਕਾਰ ਕੀ ਕਰਦੇ ਸੀ ਉਹ? वो किसान थे। किसान थे, ठीक है जी। घर को आजकल शेखुपुरा कहते हैं। जी, ठीक है। मतलब एक्चुअली वो ਸ਼ੇਖੂਪੁਰੇ ਦੇ ਸੀਗੇ, ਫਿਰਗੜ੍ਹ ਇਲਾਕੇ ਦੇ ਸੀਗੇ, ਤੇ ਜਿੱਥੇ ਵਿਰਕਾਂ ਦੇ ਬਹੁਤ ਪਿੰਡ ਆ, ਤੇ ਗੋਤ ਉਹਨਾਂ ਦੀ ਰਿਹਾਲ ਸੀ। हाँ, ਜਸਵੀਰ ਜੀ, ਕੋਈ ਹੋਰ ਗੱਲਾਂ ਜਿਹੜੀਆਂ ਤੁਸੀਂ ਰਾਜੀਵ ਜੀ ਨਾਲ ਕਰਨੀਆਂ ਚਾਹੋ? ਯਾ ਮੈਂ ਤਾਂ ਇਹ ਪੁੱਛਣਾ ਸੀਗਾ ਵੀ ਜਿਹੜੇ ਤੁਹਾਨੂੰ ਦਿੱਲੀ ਦੇ ਵਿੱਚ ਤੁਸੀਂ ਜਿਨ੍ਹਾਂ ਦੀ ਗੱਲ ਕੀਤੀ, ਜਿਨ੍ਹਾਂ ਕੋਲੋਂ ਤੁਹਾਨੂੰ नहीं मेरी गलती थी। मैंने उनको बताया कि लाहौर, मुझे लगा था कि वो सबब टाइप होगा लाहौर के आजू बाजू, बट बाद में पता चला वो अलग जिला है। ਜੀ 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 ਨਹੀਂ ਤੇ ਉਹਨਾਂ ਨੇ, ਮੈਂ ਇਹੀ ਪੁੱਛਣਾ ਸੀ, ਦਿੱਲੀ ਦੇ ਵਿੱਚ ਜਿਹੜਾ ਤੁਹਾਡਾ ਕੰਟੈਕਟ ਸੀ ਰਾਜੀਵ, ਉਹਨਾਂ ਤੋਂ ਸਿਰਫ ਇਹੀ ਜਾਣਕਾਰੀ ਮਿਲੀ ਸੀ ਬਈ ਇੱਕ ਕੈਨੇਡਾ ਸਾਡੇ ਰਿਲੇਟਿਵਸ ਹੈ, ਹੋਰ ਕੁਝ ਨਹੀਂ ਕੜੀਆਂ ਮਿਲੀਆਂ ਉੱਥੋਂ ਕੋਈ? नहीं, उनके पास वहां पे उनके वालिद जो थे वो वहां पे रजिस्टर, वो सरकारी अधिकारी थे जो भी आते थे रेफ्यूजीज, उनके नाम लेके रजिस्टर में लिख के वो एंट्री करते थे। सो उनका काम था वो ऑनबोर्डिंग करना उनको, तो उनके रजिस्टर की काफी कॉपियां बनी थी, ऐसा मैंने सुना है जी। और उनके पास उनमें से एक कॉपी थी। ਧਾਮੀ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਤੁਸੀਂ ਇਸ ਮੁੱਦੇ ਤੇ ਬਹੁਤ ਕੰਮ ਕੀਤਾ, ਇਹ ਸਾਡੇ ਕੋਲ ਕੀ ਸੋਰਸਿਸ ਨੇ? ਇਹ ਸਿਰਫ ਸਰਕਾਰੀ ਹੋਈ ਕਾਗਜ਼ ਨੇ ਜਾਂ ਸਿਆਣੇ ਜਿਹੜੇ ਆ ਉਹਨਾਂ ਦੀ ਯਾਦਾਸ਼ ਹੀ ਹੈ, ਕਿ ਕੋਈ ਕਾਗਜ਼ੀ ਕੜੀਆਂ ਵੀ ਸਾਨੂੰ ਮਿਲ ਸਕਦੀਆਂ? ਕੁਛ ਜਿਵੇਂ ਕਈ ਤਰ੍ਹਾਂ ਦੇ ਜਾਂ ਕੋਈ ਸ਼ਾਹੂਕਾਰ ਹੋ ਗਿਆ ਉਹ ਰੱਖਦੇ ਨੇ, ਜਾਂ ਆਪਣੇ ਲੋਕ ਪੰਡਤ ਹੁੰਦੇ ਨੇ ਜਿਹੜੇ ਲੋਕਲ ਏਰੀਆ ਦੇ ਵਿੱਚ, ਜਾਂ ਹੋਰ ਵੀ ਕਈ ਤਰ੍ਹਾਂ ਦੀ ਬਰਾਦਰੀਆਂ ਨੇ ਜਿਹੜੇ ਇਹ ਫੈਮਿਲੀ ਟ੍ਰੇਸਿੰਗ ਰੱਖਦੇ ਨੇ, ਰਾਈਟ, ਵਹੀ ਚ ਪਾ ਕੇ ਰੱਖਦੇ ਨੇ। ਇਹ ਕੋਈ ਹੋਰ ਸੋਰਸਿਸ ਨਹੀਂ ਹੈ ਜਿਹੜੇ ਰਿਲਾਇਬਲ, ਜਿੱਥੋਂ ਆਪਾਂ ਨੂੰ ਕੁਝ ਟ੍ਰੇਸ ਕੀਤਾ ਜਾ ਸਕੇ? ਕਿਉਂਕਿ ਮੈਨੂੰ ਇਸ ਵੀਰ ਦਾ ਇਹ ਹੈ ਵੀ ਇਹਨੂੰ ਇੱਕ ਪਾਸਿਓਂ ਕੁਝ ਹੱਦ ਤੱਕ ਬੁਰਾ ਲੱਗ ਰਿਹਾ ਕਹਿਣਾ ਬਈ ਮਾਯੂਸੀ ਮਿਲੀ, ਪਰ ਇਹ ਹੋ ਸਕਦਾ ਵੀ ਜੇ ਕੋਈ ਹੋਰ ਰਿਸ਼ਤੇਦਾਰ ਮਿਲਣ, ਇਹਨੂੰ ਆਪਣੇ ਵਰਗਾ ਸਮਝਣ, ਆਪਣੇ ਵਰਗਾ ਪਿਆਰ ਦੇਣ, ਤੇ ਇਹਦੇ ਵਿੱਚ ਜੋ ਇਹਦੇ ਦਿਲ 'ਚ ਤਾਂਘ ਉੱਠੀ ਸੀ ਉਹ ਪੂਰੀ ਹੋ ਸਕੇ। ਸੋ ਕਹਿਣ ਦਾ ਮੇਰਾ ਭਾਵ ਇਹ ਸੀ, ਹੋਰ ਕੀ ਸੋਰਸਿਸ ਹੈਗੇ ਸਾਡੇ ਕੋਲ? ਦੇਖੋ ਜੀ, ਇੱਕ ਤੇ ਜਿਹੜਾ ਹਰਿਦੁਆਰ ਸਾਡੇ ਪੰਜਾਬ 'ਚੋਂ ਵੀ ਲੋਕ ਜਾਂਦੇ ਰਹੇ ਆ, ਉਹਦੇ ਲਈ ਜ਼ਰੂਰੀ ਆ ਮੇਰੇ ਖਿਆਲ ਦੇ ਵਿੱਚ ਕਿ ਪਿੰਡ ਦਾ ਸਰਨਾਮਾ ਦੇਣਾ, ਕਿ ਆਹ ਪਿੰਡ ਸੀ। ਜਿੱਦਾਂ ਰਾਜੀਵ ਉਹਨਾਂ ਦੇ ਮਾਮਲੇ ਦੇ ਵਿੱਚ ਜੇ ਵਿਰਕਗੜ੍ਹ ਜਾਂ ਸ਼ੇਖੂਪੁਰੇ ਦਾ ਉਹ ਇਲਾਕਾ ਜਿਹੜਾ ਵਿਰਕਾਂ ਦੇ ਜਿੱਥੇ ਬਹੁਤ ਪਿੰਡ ਆ, ਜੇ ਤੇ ਪਿੰਡ ਪਤਾ ਲੱਗ ਜਾਏ ਫਿਰ ਤੇ ਇਹ ਮਸਲਾ ਹੱਲ ਹੋ ਜਾਂਦਾ, ਕਿਉਂਕਿ ਉਸ ਪਿੰਡ ਤੋਂ ਮਾਈਗ੍ਰੇਟ ਕਰਕੇ ਆਏ ਲੋਕਾਂ ਦਾ ਅਸੀਂ ਪਤਾ ਲਗਾ ਲੈਂਦੇ ਹਾਂ। ਇੰਨਾ ਕੁ ਨੈਟਵਰਕ ਹੈਗਾ ਕਿ ਇਹ ਬਹੁਤੇ ਉਹ ਬੰਦੇ ਕਰਨਾਲ 'ਚ ਬੈਠੇ ਆ, ਪਾਣੀਪਤ 'ਚ ਬੈਠੇ ਆ, ਸ਼ੇਖੂਪੁਰੇ ਨੂੰ ਹਰਿਆਣਾ, ਜਿਹੜਾ ਹੁਣ ਹਰਿਆਣਾ ਬਣਿਆ 1966 ਦੇ ਵਿੱਚ, ਇੱਥੇ ਜ਼ਮੀਨਾਂ ਮਿਲੀਆਂ ਸੀਗੀਆਂ। ਨੰਬਰ 1 ਇਹ ਚੀਜ਼ ਆ। ਦੂਜਾ, ਜੇ ਪਿੰਡ ਦਾ ਪਤਾ ਲੱਗ ਜਾਏ ਫਿਰ ਸਕੂਲ ਦੇ ਜਿਹੜੇ ਰਜਿਸਟਰ ਹੁੰਦੇ ਆ ਉੱਥੋਂ ਵੀ ਬਹੁਤ ਵਾਰ ਪਤਾ ਲੱਗ ਸਕਦਾ। ਲੇਕਿਨ ਸਭ ਤੋਂ ਵੱਡੇ ਜਿਹੜੇ ਇਹਦੇ ਵਿੱਚ ਸੋਰਸਿਸ ਕੰਮ ਆਉਂਦੇ ਆ, ਜਿਹੜੀਆਂ ਮੈਂ ਇੰਟਰਵਿਊਜ਼ ਕੀਤੀਆਂ, ਕਿਉਂਕਿ ਇਹ ਤਾਂ ਇੱਕ ਆਪਣੇ ਤਰ੍ਹਾਂ ਦੀ ਵੱਖਰੀ ਕਹਾਣੀ ਆ, ਉਹਦੇ ਵਿੱਚ ਅਸੀਂ ਇਹ ਦੇਖ ਲੈਂਦੇ ਹਾਂ ਕਿ ਜੇ ਇੱਕ ਪਿੰਡ ਤੋਂ ਲੋਕ ਆਏ ਆ, ਅਸੀਂ ਜਿੰਨੇ ਵੀ ਸਾਡੇ ਵਾਕਫ ਬੰਦੇ ਨੇ ਵਿਰਗੜ੍ਹ ਤੋਂ ਜਿੱਦਾਂ ਮੰਨ ਲਓ ਆਏ ਨੇ, ਅਸੀਂ ਉਹਨਾਂ ਲਈ ਸੱਦਾ ਛੱਡ ਦਿੰਦੇ ਹਾਂ, ਆਪਣੇ ਗਰੁੱਪ 'ਚ ਪਾ ਦਿੰਦੇ ਹਾਂ ਵੀ ਆਹ ਜਿਹੜਾ ਪਿੰਡ ਆ, ਇਸ ਪਿੰਡ ਤੋਂ ਆ ਕੇ ਲੋਕ ਕਿੱਥੇ ਕਿੱਥੇ ਬੈਠੇ ਆ। ਸੋ ਕੋਈ ਨਾ ਕੋਈ ਕੜੀ ਲੜੀ ਜੁੜਦੀ ਰਹਿੰਦੀ ਆ, ਔਰ ਬਹੁਤ ਛੇਤੀ ਪਹੁੰਚ ਜਾਈਦਾ। ਕਈ ਵਾਰ ਤੇ ਗਵਾਚੇ ਰਿਸ਼ਤੇ ਜਿਹੜੇ ਆ ਉਹ ਇੱਕ ਹਫ਼ਤੇ ਵਿੱਚ ਵੀ ਮਿਲੇ ਆ। ਸੋ ਮੈਨੂੰ ਇਹ ਲੱਗਦਾ ਕਿ ਇਹਨਾਂ ਦੀ ਗੱਲਬਾਤ ਤੋਂ ਬਾਅਦ, ਇਹਨਾਂ ਦੀ ਗੱਲਬਾਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪੁਆਇੰਟ ਆ ਉਹ ਹੈਗਾ ਜੀ ਕਿ ਹਰਕੀਰਤ ਸਿੰਘ ਨਾਂ ਜੀ ਨਾ ਉਹਨਾਂ ਦਾ, ਰਾਹਿਲ, ਹਾਂਜੀ, ਇੱਕ ਉਹਨਾਂ ਦੀ ਜਿਹੜੀ ਗੋਤ ਇੱਕ ਬਹੁਤ ਵੱਡਾ ਕਈ ਵਾਰੀ ਉਹ ਕੰਮ ਕਰ ਜਾਂਦੀ ਆ, ਕਿਉਂਕਿ ਜੇ ਉਹ ਖੇਤੀਬਾੜੀ ਕਰਦੇ ਸੀਗੇ, ਰਿਹਲ ਰਾਮਗੜੀਆਂ ਦੀ ਗੋਤ ਵੀ ਆ, ਜੱਟਾਂ ਦੀ ਵੀ ਆ, ਰਿਹਾਲ ਸਾਡੇ ਹੁਸ਼ਿਆਰਪੁਰ ਦੇ ਵਿੱਚ ਵੀ ਬੈਠੇ ਆ, ਠੀਕ ਹੈ ਜੀ, ਤੇ ਕਾਫੀ ਪਿੰਡਾਂ ਦੇ ਵਿੱਚ ਇਹ ਗੋਤ ਹੈਗੀ ਆ। ਘੱਟ ਆ, ਜੱਟਾਂ ਦੀ ਜੇ ਗੋਤ ਆ ਤੇ ਬਹੁਤ ਘੱਟ ਆ, ਰਾਮਗੜੀਆਂ ਦੀ ਇਹ ਗੋਤ ਕਾਫੀ ਆ।
ਇੱਕ ਦੇ ਗੋਤ ਸੁਰਸ ਆ ਇਸ ਮਾਮਲੇ ਦੇ ਵਿੱਚ ਕਿ ਰਿਹਾਲ ਜਿਹੜੇ ਆ ਉਹ ਕਿੱਥੇ ਕਿੱਥੇ ਬੈਠੇ ਆ, ਉਹ ਇੰਟਰਸਟ ਲੈਣਗੇ ਇਹਦੇ ਵਿੱਚ। ਬਾਕੀ ਜਿਸ ਪਿੰਡ ਤੋਂ ਆਏ ਸੀ ਜਿੱਥੇ ਕਤਲ ਹੋਏ, ਬੜੀ ਅਫਸੋਸਨਾਕ ਗੱਲ ਆ, ਸਾਰਾ ਕੁਝ ਵਾਪਰਿਆ, ਉਹਦਾ ਕੋਈ ਨਾ ਕੋਈ ਗਵਾਹ ਜਾਂ ਸਿੱਧੇ ਢੰਗ ਨਾਲ ਆਸ ਆ ਕਿ ਸਾਨੂੰ ਮਿਲ ਜੂਗਾ। ਇਹ ਗੱਲਬਾਤ ਸੁਣਨ ਤੋਂ ਬਾਅਦ ਕਈ ਵਾਰ ਅਸੀਂ ਜਸਵੀਰ ਜੀ ਇਹ ਵੀ ਵੇਖਿਆ ਕਿ ਜਦੋਂ ਅਸੀਂ ਇੰਡੀਆ ਵੱਲ ਦੀ ਸਾਈਡ ਦੇ ਰਿਸ਼ਤੇ ਲੱਭ ਰਹੇ ਹਾਂ, ਕੁਝ ਬੰਦਿਆਂ ਨੇ ਸਾਨੂੰ ਪਾਕਿਸਤਾਨ ਤੋਂ ਦੱਸ ਦੇਣਾ ਵੀ ਇਹ ਘਟਨਾ ਜਿਹੜੀ ਆ, ਸਾਡੇ ਬਜ਼ੁਰਗ ਦੱਸ ਗਏ ਆ ਕਿ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਵਾਪਰੀ ਸੀਗੀ। ਕੋਈ ਉਹਨਾਂ ਦਾ ਉੱਧਰ ਵੀ ਦੋਸਤ ਜਾਂ ਉਹਨਾਂ ਦਾ ਕੋਈ ਗਾਹਾਂ ਬੱਚਾ ਮਿਲ ਸਕਦਾ। ਸੋ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਹੁੰਦੇ ਹਾਂ ਜਾਂ ਦੁਨੀਆ ਨੂੰ ਦੱਸਦੇ ਹਾਂ ਕਿ ਸਾਡਾ ਵੀ ਆਹ ਦੁੱਖ ਆ, ਸਾਡੀ ਆਹ ਤਲਾਸ਼ ਆ, ਤੇ ਬਹੁਤ ਵਾਰ ਕੋਈ ਨਾ ਕੋਈ ਸਾਨੂੰ ਸਰੋਤ ਮਿਲ ਜਾਂਦਾ ਜਿਹੜਾ ਸਾਨੂੰ ਗਵਾਚੇ ਰਿਸ਼ਤਿਆਂ ਤੱਕ ਲੈ ਜਾਂਦਾ। ਸੋ ਬਸ ਇਹੀ ਸਭ ਆਈ ਥਿੰਕ ਦੈਨ ਇਹੀ ਰਿਕੁਐਸਟ ਹੈ ਤੁਹਾਡੇ ਸਰੋਤਿਆਂ ਨੂੰ, ਜਿੰਨੀ ਇਨਫੋਰਮੇਸ਼ਨ ਹੋ ਸਕੇ ਸਾਡਾ ਸ਼ੇਅਰ ਕਰਨ। राजीव, तुझे कुछ कहना चाहिए? हाँ जी, सो हमारे पास और कोई तो सोर्स नहीं है जो हमें बता सके कि क्या कहानी थी उनके पीछे। तो हमने एक काम किया था कि हमने अपनी जेनेटिक टेस्टिंग करवाई थी टू फाइंड आउट हमारे एंसेस्टर्स कौन थे। तो उनका रिपोर्ट भी हमने जसबीर जी को दिया है, आप भी देख सकते हो, उसमें से कुछ पता चले तो बात उसने ज्यादा उलझन बढ़ा दी है इसका, बोले तो सॉल्व करने से ज्यादा। आई थिंक राजीव, ਜਿੱਦਾਂ ਧਾਮੀ ਸਾਹਿਬ ਨੇ ਕਿਹਾ ਹੈ, ਇੱਕ ਬਹੁਤ ਇੰਪੋਰਟੈਂਟ ਕਲੂ ਹੈ ਵੀ ਤੁਹਾਡਾ ਗ੍ਰੈਂਡਫਾਦਰ ਦਾ ਪਿੰਡ ਕਿਹੜਾ ਸੀ, ਰਾਈਟ? ਜੇ ਤੁਹਾਨੂੰ ਗ੍ਰੈਂਡਫਾਦਰ ਦੇ ਬ੍ਰਦਰ ਮਿਲ ਚੁੱਕੇ ਆ, ਰਾਈਟ, ਜੇ ਆਪਾਂ ਉਹਨਾਂ ਦੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਪਤਾ ਕਰਵਾ ਸਕੀਏ ਬਈ ਉਹਨਾਂ ਦਾ ਪਾਕਿਸਤਾਨ 'ਚ ਪਿੰਡ ਕਿਹੜਾ ਸੀ, ਫਿਰ ਕਾਫੀ ਲੜੀਆਂ ਨਿਕਲ ਜਾਣਗੀਆਂ, ਫਿਰ ਕਾਫੀ ਸਾਨੂੰ ਕਲੂ ਮਿਲ ਸਕਦੇ ਨੇ ਇਹਦੇ ਵਿੱਚ। ਸੋ ਇਹ ਸਾਨੂੰ ਥੋੜ੍ਹੀ ਕੋਸ਼ਿਸ਼ ਕਰਨੀ ਪੈਣੀ ਹੈ। ਇਹਦੇ ਬਾਰੇ ਤੁਸੀਂ ਕਿੱਥੋਂ ਤੱਕ ਤੁਸੀਂ ਸੋਚਦੇ ਹੋ ਰਾਜੀਵ? ਹਾਊ ਮਚ ਕੋਆਪਰੇਸ਼ਨ ਯੂ ਥਿੰਕ ਯੂ ਕੈਨ ਗੈਟ ਫਰੋਮ ਯੂਰ ਕੈਨੇਡੀਅਨ ਰਿਲੇਟਿਵਸ? सो वो रहते कैलगरी में, कैलगरी में मेरे काफी दोस्त है। ਸੋ ਐਨੀਵੇ ਆਈ ਥਿੰਕ ਜੇ ਕੋਈ ਕੈਨੇਡਾ ਤੋਂ ਜਿਹੜੇ ਰਿਹਾਲ ਫੈਮਿਲੀ ਹੈ, ਜਿਹੜੇ ਰਾਜੀਵ ਦੇ ਦਾਦਾ ਜੀ ਦੇ ਬ੍ਰਦਰ ਦੀ ਫੈਮਿਲੀ 'ਚ ਨੇ, ਜੇ ਉਹ ਸੁਣ ਰਹੇ ਨੇ, ਉਹਨਾਂ ਨੂੰ ਅਪੀਲ ਹੈ ਕਿ ਉਹ ਕੁਛ ਇਨਫੋਰਮੇਸ਼ਨ ਦੇ ਸਕਣ। ਰਾਜੀਵ ਓਬਵੀਅਸਲੀ ਕਿਤੇ ਕੋਈ ਲਾਲਚ ਨਹੀਂ ਹੈ, ਇਹ ਲਾਲਚ ਸਿਰਫ ਇਹੀ ਹੈ ਇਹਨੂੰ ਆਪਣੇ ਗਵਾਚੇ ਰਿਸ਼ਤੇ ਲੱਭ ਜਾਣ, ਤੇ ਜੇ ਤੁਸੀਂ ਇਹਦੇ ਵਿੱਚ ਹੈਲਪ ਕਰ ਸਕੋ ਤੇ ਇਹ ਚੰਗਾ ਪੁੰਨ ਦਾ ਹੀ ਕੰਮ ਹੈ ਜੀ। बहुत 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 बड़ी आपकी मेहरबानी होगी, और जो भी आप कर रहे हो, अगर किसी तरह से हम आपका कुछ सहकार कर सकते हैं या आपकी कुछ सेवा दे सकते हैं तो बिना झिझक के आप बताइए, क्योंकि अच्छे काम करने वाले आप जैसे बहुत कम हैं। जी, हम तो खुद कर नहीं सकते, कुछ भी अगर आप कर रहे हो तो हाथ लगाने का पुण्य जरूर ले सकते हैं। राजीव जी देखो, गल इस तरह आ, उस दिन ਜਿਹੜੀ ਖੁਸ਼ੀ ਮਿਲਣੀ ਆ ਜਦੋਂ ਗਵਾਚੇ ਰਿਸ਼ਤੇ ਲੱਭਣੇ ਆ, ਉਹਦੀ ਕੋਈ ਕੀਮਤ ਨਹੀਂ ਹੋਣੀ। ਉਹ ਹੀ ਜਿਹੜਾ ਆਨੰਦ ਆ ਨਾ ਜੀ, ਉਹ ਜਦੋਂ ਮਹਿਸੂਸ ਕਰ ਲਿਆ, ਸਭ ਕੁਝ ਮਿਲ ਜਾਣਾ। ਇਸੇ ਆਸ ਨਾਲ ਤੁਰਿਓ ਆ ਕਿ ਇੱਕ ਪੁਲ, ਇੱਕ ਬ੍ਰਿਜ ਬਣ ਸਕੇ ਗਵਾਚੇ ਰਿਸ਼ਤਿਆਂ ਦੇ ਵਿੱਚ। ਤੇ ਮੇਰਾ ਖਿਆਲ ਜਸਵੀਰ ਜੀ, ਆਪਾਂ ਗੱਲ ਨੂੰ ਇਸੇ ਅਪੀਲ ਨਾਲ ਖਤਮ ਕਰੀਏ ਕਿ ਦੋਸਤੋ ਆਓ, ਪੌਣੀ ਸਦੀ ਤੋਂ ਬਾਅਦ ਵੀ ਕੋਈ ਤਲਾਸ਼ ਵਿੱਚ ਆ, ਲਹੂ ਨੂੰ ਲਹੂ ਆਵਾਜ਼ ਮਾਰ ਰਿਹਾ। ਆਓ ਇਸ ਤੜਪ ਨੂੰ ਥੋੜ੍ਹਾ ਜਿਹਾ ਘੱਟ ਕਰੀਏ। ਕਿਸੇ ਤਰ੍ਹਾਂ ਦਾ, ਜਿਵੇਂ ਜਸਵੀਰ ਹੁਣੀ ਕਿਹਾ, ਲਾਲਚ ਨਹੀਂ, ਸਿਰਫ ਇੱਕ ਮੋਹ ਆ। ਇਹ ਮੋਹ ਜਿਹੜਾ ਆ ਨਾ ਜੀ, ਇਹ ਬੜਾ ਸੱਚਾ ਸੁੱਚਾ ਤੇ ਪਾਕ ਪਵਿੱਤਰ ਆ। ਇਸ ਮੋਹ ਦੀ ਅਸੀਂ ਕਦਰ ਕਰੀਏ, ਇਹਦੀ ਲਾਜ ਰੱਖੀਏ, ਇਸ ਆਵਾਜ਼ ਨੂੰ ਸੁਣੀਏ, ਦੂਰ ਤੱਕ ਪਹੁੰਚਾਈਏ। ਤੇ ਉਹ ਦਿਨ ਆਵੇ ਜਦੋਂ ਰਾਜੀਵ ਹੁਣੀ ਮੈਨੂੰ ਤਸਵੀਰ ਭੇਜਣ ਗਵਾਚੇ ਰਿਸ਼ਤਿਆਂ ਨਾਲ ਬੈਠ ਕੇ, ਜਾਂ ਇਸੇ ਤਰ੍ਹਾਂ ਆਪਾਂ ਗੱਲਬਾਤ ਕਰੀਏ, ਫਿਰ ਉਹ ਦਿਨ ਵਾਕਈ ਬਹੁਤ ਖੁਸ਼ੀ ਦਾ ਦਿਨ ਹੋਊਗਾ। ਉਦੋਂ ਮਨ ਠਰ ਜਾਣਗੇ, ਦਿਲ ਖਿੜ ਜਾਊਗਾ। ਚਲੋ ਇਸੇ ਉਮੀਦ ਨਾਲ ਗੱਲਬਾਤ ਨੂੰ ਅਸੀਂ ਬੰਦ ਕਰਦੇ ਹਾਂ। ਠੀਕ ਹੈ ਜਸਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜੇ ਕੋਈ ਰਾਜੀਵ ਜੀ ਤੁਸੀਂ ਕਹਿਣਾ ਚਾਹੁੰਦੇ ਆ, ਤੁਸੀਂ ਆਪਣੇ ਵੱਲੋਂ ਕੋਈ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਕਰ ਸਕਦੇ ਹੋ ਜੀ। अब बात इस तरह से है कि ये तो अब बहुत हो गई, थोड़ी रह गई टाइप तो किस्सा हो गया है। तो अब ये सब
इंफॉर्मेशन जानने वाले भी काफी कम लोग बचे हैं, और वो भी कानों सुनी आंखों देखी बात तो होगी नहीं, वही वही किसी ने कहा होगा और किसी ने सुना होगा, और किस तरह से उन्होंने उनको समझा होगा, उसके ऊपर से पूरी कहानी मिलेगी। तो एट दिस टाइम मैं काफी संतुष्ट हूँ कि मुझे एटलीस्ट पता तो चला वो थे। वाह। तो उसमें मैं ले रहा हूँ कि संतोष ले रहा हूँ कि एटलीस्ट उतना तो पता चला, तो कहीं पे भी उनकी आत्मा होगी उनको इतना तो पता चलेगा कि भले उनके बारे में कुछ जानता ना हो, बट याद जरूर करता हूँ। वाह। एंड राजीव, ਤੁਸੀਂ ਆਪਣੇ ਅੱਗੇ ਬੱਚਿਆਂ ਨੂੰ ਵੀ you have told about your family history? नो You have not shared that. नो माय डैड, मेरे पिताजी ने हम सबको कसम से मान रखा है कि किसी को अपने बच्चों को बताओगे। ਅੱਛਾ, ਬਟ ਵਨ ਥਿੰਗ, ਤੁਸੀਂ ਇੱਕ ਪੰਜਾਬੀ ਜ਼ੁਬਾਨ ਸਿੱਖ ਰਹੇ ਹੋ, ਰਾਈਟ? ਤੁਸੀਂ ਮੈਨੂੰ ਤਾਂ ਕਿਹਾ ਸੀ ਤੁਸੀਂ ਪੰਜਾਬੀ ਜ਼ੁਬਾਨ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ, ਕੁਝ ਤਾਂ ਤੁਹਾਡਾ ਮੋਹ ਹੈ ਜਿਹੜਾ ਤੁਸੀਂ ਤਲਾਸ਼ ਵੀ ਕਰ ਰਹੇ ਹੋ, ਪੰਜਾਬੀ ਜ਼ੁਬਾਨ ਵੀ ਸਿੱਖ ਰਹੇ ਹੋ, ਤੇ ਤੁਸੀਂ it's reflected in our relationship as well, you know. खून 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 का रिश्ता है भाई, हाँ जी, ऐसे थोड़ी जाएगा। हाँ जी, बिल्कुल। वाह जी वाह। चलो ठीक है जी, मिलते हैं जी फिर। मिहरबानी, धन्यवाद जी जसवीर जी, राजीव जी, शुक्रिया जी।